ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਉਪਜੀਤ ਸਿੰਘ ਜੀ ਦਾ, ਸਿਡਨੀ ਆਸਟ੍ਰੇਲੀਆ ਤੋਂ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ, ਮੈਂ ਜਦੋਂ ਮੋਦੀ ਨੂੰ ਗੁਰਦੁਆਰਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਬੋਲਦੇ ਦੇਖਦਾ ਹਾਂ ਤਾਂ ਮੇਰਾ ਖੂਨ ਖੋਲ ਉੱਠਦਾ ਹੈ ਅਤੇ ਕਿਵੇਂ ਪੰਜ ਪਿਆਰਿਆਂ ਵਿੱਚੋਂ ਇੱਕ ਗੁਜਰਾਤੀ ਸੀ ਤੇ ਇਸ ਦੇ ਫਲਸਰੂਪ ਮੋਦੀ ਦਾ ਸਿੱਖਾਂ ਨਾਲ ਖੂਨ ਦਾ ਰਿਸ਼ਤਾ ਹੈ। ਇਹ ਤਾਂ ਪਿਛਲੀਆਂ ਕੀਤੀਆਂ ਸਾਰੀਆਂ ਸਾਜ਼ਿਸ਼ਾਂ ਦਾ ਵੀ ਪਿਓ ਨਿਕਲਿਆ। ਸਾਨੂੰ ਪਤਾ ਹੈ ਕਿ ਇਹਨਾਂ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ ਰੈਂਟੇ ਸਿੱਖ ਹਨ, ਪਰ ਦੁਨੀਆ ਨੂੰ ਸਿੱਧੇ ਤੌਰ ਤੇ ਸਿੱਖਾਂ ਦੇ ਦੋ ਧੜੇ ਨਜ਼ਰ ਆ ਰਹੇ ਹਨ। ਇੱਕ ਉਹ ਜੋ ਰੈਂਟਾ ਸਿੱਖ ਹਨ, ਪਿਆਰ ਨਾਲ ਜੀਣ ਵਾਲੇ, ਗੁਰੂ ਘਰਾਂ ਦੀ ਸੇਵਾ ਸੰਭਾਲ ਕਰ ਰਹੇ ਹਨ, ਅਤੇ ਦੂਜੇ ਉਹ ਜੋ ਵਿਘਨ ਪਾਉਂਦੇ ਹਨ ਅਤੇ ਗੁਰੂ ਘਰਾਂ ਦੇ ਬਾਹਰ ਨਾਅਰੇਬਾਜ਼ੀ ਕਰਦੇ ਹਨ ਅਤੇ ਹਰ ਗੱਲ ਦਾ ਵਿਰੋਧ ਕਰਦੇ ਹਨ। ਸੱਚ ਜਾਣਿਓ, ਇਹ ਸਾਡੇ ਲਈ ਕਾਲਾ ਦਿਨ ਹੈ ਅਤੇ ਹਿੰਦੂਤਵੀ ਸਾਡੇ ਤੇ ਹੱਸ ਰਹੇ ਹਨ। ਮੈਨੂੰ ਦੁੱਖ ਹੋਣ ਦੇ ਨਾਲ ਨਾਲ ਗੁੱਸਾ ਵੀ ਬਹੁਤ ਆ ਰਿਹਾ ਹੈ। ਰੱਬ ਰਾਖਾ ਜੀ। ਡਾਕਟਰ ਸਾਹਿਬ, ਵੀਰ ਉਪਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ। ਇਹ ਵੀ ਬਹੁਤ ਸੂਝਵਾਨ ਵੀਰ ਨੇ। ਇਹਨਾਂ ਦੀਆਂ ਈਮੇਲਸ ਵੀ ਲਗਾਤਾਰ ਆਉਂਦੀਆਂ, ਇਹਨਾਂ ਦੇ ਵਨ ਲਾਈਨਰਸ ਅਜੇ ਪਏ ਨੇ, ਫਿਰ ਨਾ ਯਾਦ ਕਰਵਾ ਦੇਣਾ, ਅਸੀਂ ਜ਼ਰੂਰ ਉਹਨੂੰ ਕੰਟੀਨਿਊ ਵੀ ਕਰਾਂਗੇ। ਉਹਨਾਂ ਨੇ ਜਿਹੜਾ ਖਾਸ ਤੌਰ ਤੇ ਮੋਦੀ ਦਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ 'ਚ ਭਾਸ਼ਣ, ਜਿਹਦੇ 'ਚ ਕਿਉਂਕਿ ਇਹ ਉਹਨੇ ਇੱਕ ਰੱਟਾ ਲਾਇਆ ਹੋਇਆ, RSS ਦਾ ਪ੍ਰਚਾਰਕ ਹੈ ਨਾ, ਪ੍ਰਚਾਰਕਾਂ ਨੇ ਉੱਦਾਂ ਦੇ ਦੋ ਚਾਰ ਜੁਮਲੇ ਯਾਦ ਕੀਤੇ ਹੁੰਦੇ ਨੇ ਵੀ ਕਿੱਥੇ ਕੀ ਬੋਲਣੇ ਜੀ। ਸੋ ਉਹ ਹਰ ਥਾਂ ਜਿਹੜਾ ਹੈ ਉਹ ਇਹ ਦੁਹਰਾਉਂਦਾ ਹੈ ਕਿ ਜੀ ਗੁਜਰਾਤ 'ਚੋਂ ਇੱਕ ਪਿਆਰਾ ਆਇਆ ਔਰ ਮੇਰਾ ਇਸ ਲਈ ਖੂਨ ਦਾ ਰਿਸ਼ਤਾ ਹੈ। ਅਸੀਂ ਕਿਹਾ ਵੀ ਤਾਂ ਹੀ ਤੂੰ ਉੱਥੋਂ ਸਿੱਖਾਂ ਨੂੰ ਉਜਾੜ ਰਹੇ ਜੀ। ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਵੀ ਬੰਦ ਕੀਤੀ ਸੀ। ਉਦੋਂ ਵੈਨਕੂਵਰ ਤੋਂ ਉਹਨੇ ਇਹ ਵੀ ਕਿਹਾ ਜੀ ਉਹ ਜਦੋਂ ਅਰਥਕੁਏਕ ਆਇਆ ਔਰ ਜਿਹੜਾ ਲਖਪਤ 'ਚ ਗੁਰਦੁਆਰਾ ਡਿੱਗ ਪਿਆ ਸੀ, ਅਸੀਂ ਉਹ ਬਣਾਇਆ। ਹਾਲਾਂਕਿ ਉਹ ਯੂਨੈਸਕੋ ਦੇ ਪ੍ਰੋਜੈਕਟ ਦੇ ਥੱਲੇ ਕੋਈ ਹੋਰ ਜਿਹੜਾ ਪਾਰਟ ਹੈ, ਉਹ ਆਰਮੀ ਦੇ ਥੱਲੇ ਹੈ। ਲੇਕਿਨ ਇਹਨਾਂ ਨੇ ਬਿਲਕੁਲ ਇਹ ਠੀਕ ਕਿਹਾ ਕਿ ਵੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਲੋਕ ਹਕੂਮਤ ਦੀ ਬੋਲੀ ਬੋਲਦੇ ਨੇ ਜਾਂ ਉਹਨਾਂ ਦੇ ਪਹਾੜੇ ਦੇ ਟੱਟੂ ਨੇ ਔਰ ਉਹਨਾਂ ਨੂੰ ਮੀਡੀਆ ਸਰਕਾਰੀ, ਹੁਣ ਭਾਵੇਂ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਪਿਕਚਰਸ ਜਾਂ ਕਵਰੇਜ ਇੰਡੀਅਨ ਮੀਡੀਆ ਨੇ ਕਿਤੇ ਦਿੱਤੀ ਨਹੀਂ ਦਿੱਤੀ, ਉਦੋਂ ਕੀ ਇੱਕ ਦੋ ਹੋਰ ਘਟਨਾਵਾਂ ਜਦੋਂ ਮੋਦੀ ਵਾਪਸ ਵੀ ਗਿਆ, ਉਦੋਂ ਕੀ ਜਿਹੜਾ ਕਸ਼ਮੀਰ ਦੇ ਵਿੱਚ ਆਲਮ ਮਸਰਤ, ਸ਼ਾਇਦ ਮੁਸਰਤ ਉਹਦਾ ਨਾਂ ਹੈ, ਜਿਹਨੂੰ ਹੁਣ ਸਿਕਿਉਰਿਟੀ ਐਕਟ ਦੇ ਥੱਲੇ ਫੜ ਲਿਆ, ਇੱਕ ਰੈਲੀ ਹੋਈ ਕਸ਼ਮੀਰੀਆਂ ਦੀ, ਉਹਦੇ 'ਚ ਉਹਨੇ ਪਾਕਿਸਤਾਨ ਦਾ ਝੰਡਾ ਫੜਿਆ ਸੀ। ਉਹ ਖਬਰ ਹੀ ਇੰਨੀ ਕੁ ਬਣ ਗਈ ਕਿ ਜਦੋਂ ਤੱਕ ਮੋਦੀ ਗਿਆ ਇਹਦੀ ਖਬਰ ਉੜ ਗਈ। ਇਹ ਤਾਂ ਉਹਨਾਂ ਦੇ ਮੀਡੀਆ ਨੇ ਵੀ ਕਿਹਾ ਕਿ ਵੀ ਇਹਨੂੰ ਉਹੀ ਖਾ ਗਿਆ। ਔਰ ਇਹ ਵੀ ਦੱਸਦਾ ਹੈ ਕਿ ਮੀਡੀਆ ਦਾ ਕਿੰਨਾ ਕੁ ਬਾਇਸ ਹੈ ਕਿ ਜੀ ਦੇਖੋ ਜਿਹਨੂੰ ਛੱਡਿਆ ਸੀ ਕਸ਼ਮੀਰ ਸਰਕਾਰ ਨੇ, ਉਹ ਪਾਕਿਸਤਾਨ ਦਾ ਝੰਡਾ ਫੜਿਆ ਜੀ। ਸੋ ਲੇਕਿਨ ਇਹਦੇ ਬਾਵਜੂਦ ਜੇ ਤੁਸੀਂ ਦੇਖੋ ਮੋਦੀ ਦੀ ਉਹਦੇ 'ਚ ਉਹਨਾਂ ਨੇ ਯਕੀਨੀ ਬਣਾਇਆ ਕਿ ਜਿਹੜੇ ਗੁਰਦੁਆਰੇ ਵਿੱਚ ਉਹਦਾ ਬੋਲਦਿਆਂ ਦੀ ਵੀ ਪਿਕਚਰ ਲਾਈ ਹੈ, ਉਹਨੂੰ ਔਰ ਹਾਰਪਰ ਨੂੰ ਜਿਹੜੀਆਂ ਕਿਰਪਾਨਾਂ ਦਿੱਤੀਆਂ ਉਹਨਾਂ ਦੀ ਵੀ ਪਿਕਚਰ ਲਾਈ ਹੈ ਔਰ ਬੈਠਿਆਂ ਦੀ ਵੀ ਪਿਕਚਰ ਆਈ। ਸੋ ਇਹ ਸਿਰਫ ਇਸੇ ਮੈਸੇਜ ਲਈ ਸੀ, PR ਦੇ ਤੌਰ ਤੇ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਤੁਹਾਡੀ ਸਭ ਤੋਂ ਪੁਰਾਣੀ ਹਿਸਟੋਰੀਕਲ ਸੁਸਾਇਟੀ, ਹਿਸਟੋਰੀਕਲ ਗੁਰਦੁਆਰੇ 'ਚ ਵੀ ਜਾਏ। ਉਸ ਤੋਂ ਪਹਿਲਾਂ 23 ਮਾਰਚ ਨੂੰ ਦਰਬਾਰ ਸਾਹਿਬ ਜਾ ਕੇ ਉੱਥੋਂ ਸਿਰੋਪਾਓ ਲੈਣਾ, ਉਹ ਵੀ ਉਸ ਸਾਰੇ ਦਾ ਹਿੱਸਾ ਸੀ। ਪਰ ਦੇਖੋ ਇੱਕ ਗੱਲ ਇਹਦੇ 'ਚ ਠੀਕ ਹੈ, ਗੁੱਸਾ ਤਾਂ ਜ਼ਰੂਰ ਹੁੰਦਾ ਹੈ। ਇਹ ਰੈਂਟਾ ਸਿੱਖ ਨੇ ਜਾਂ ਰੈਂਟਾ ਮੁਸਲਿਮ ਜਾਂ ਰੈਂਟਾ ਕ੍ਰਿਸਚਨ, ਕਿਤੇ ਵੀ, ਪਰ ਇਹ ਇੱਕ ਹਿੱਸਾ ਹੁੰਦਾ ਹੈ। ਜਦੋਂ ਅਸੀਂ ਜੇ ਅੰਗਰੇਜ਼ਾਂ ਦੇ, ਇਹ ਤਾਂ ਆਪਣਿਆਂ 'ਚੋਂ ਇਹਨਾਂ ਨੇ ਖਰੀਦੇ ਨੇ। ਅੰਗਰੇਜ਼ ਤਾਂ 7 ਸਮੁੰਦਰੋਂ ਪਾਰ ਆਏ ਸੀ ਜੀ, ਲੇਕਿਨ ਸਿੱਖ ਰਾਜ ਦੇ ਵੇਲੇ ਤੋਂ ਅਸੀਂ ਜੇ ਦੇਖੀਏ ਕਿ ਉੱਥੇ ਵਿੱਚ ਹੁੰਦਿਆਂ ਰਾਜ ਦੇ ਕਿਹਨਾਂ ਨੇ ਇਹਨਾਂ ਦੇ ਨਾਲ ਅੰਗਲੀ ਸੰਗਲੀ ਰਲਾਈ ਔਰ ਗਦਾਰੀ ਕੀਤੀ। ਪਰ ਜਦੋਂ ਈਵਨ ਮੁੱਖ ਸਾਰੇ ਦੇਸ਼ ਤੇ ਵੀ ਇਹਨਾਂ ਦਾ ਕਬਜ਼ਾ ਸੀ, ਇਹ 33 ਕਰੋੜ ਦੇ ਉੱਤੇ ਰਾਜ ਕਰਦੇ ਸੀ, ਸਿਰਫ 30-40 ਹਜ਼ਾਰ ਗੋਰਾ ਉੱਥੇ ਬੈਠਾ। ਸੋ ਉਦੋਂ ਕੌਣ ਉਹਨਾਂ ਨਾਲ ਕੋਆਪਰੇਟ ਕਰਦੇ ਸੀ? ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਕੌਣ ਸਨ? ਸਾਰੇ ਜੀ ਉਹੀ ਜਿਹੜੇ ਉਹਨਾਂ ਦੇ ਪਹਾੜੇ ਦੇ ਟੱਟੂ। ਸੋ ਮੈਂ ਸਮਝਦਾ ਵੀ ਇਸ ਤੋਂ ਉਪਰਾਮ ਹੋਣ ਦੀ ਲੋੜ ਨਹੀਂ। ਮੈਨੂੰ ਇਹ ਨਹੀਂ ਹੈ, ਮੈਨੂੰ ਤਾਂ ਇਸ ਗੱਲ ਦਾ ਫਖਰ ਜਾਂ ਮਾਣ ਹੈ ਕਿ ਇਹਦੇ ਬਾਵਜੂਦ ਕਿ ਐਮਬੈਸੀ ਨੇ ਪੂਰਾ ਟਿਲ ਲਾਇਆ, ਗੁਰਦੁਆਰਿਆਂ ਦੀਆਂ ਕੁਝ ਮੈਨੇਜਮੈਂਟਸ ਨੂੰ ਉਹਨਾਂ ਨੇ ਬੈਕਆਊਟ ਵੀ ਕਰਨ ਤੇ ਮਜਬੂਰ ਕੀਤਾ, ਇੰਡੀਵਿਜੂਅਲ ਇੰਟੀਮੀਡੇਸ਼ਨ, ਬਹੁਤ ਸਾਰੇ ਜਿਨ੍ਹਾਂ ਨੂੰ ਇਹਨਾਂ ਨੇ ਵੀਜ਼ੇ ਨਹੀਂ ਦੇਣੇ ਜਾਂ ਪਾਸਪੋਰਟ ਨਹੀਂ ਦਿੰਦੇ। ਇਹਦੇ ਬਾਵਜੂਦ ਜਿਸ ਤਰੀਕੇ ਨਾਲ ਉਹ ਆਟਵਾ ਹੋਏ, ਉਹਦੇ ਉਤਰਨ ਵੇਲੇ 에ਅਰਪੋਰਟ ਤੇ, ਟੋਰਾਂਟੋ ਹੋਏ, ਵੈਨਕੂਵਰ ਹੋਏ, ਔਰ ਉਹਦਾ ਇਸ ਟੈਕਟਿਕ ਦਾ ਨਤੀਜਾ ਸੀ। ਨਹੀਂ ਤਾਂ ਇਨੀਸ਼ੀਅਲੀ ਸਿੱਖ ਬਾਦਰ ਨਾ ਕਰਦੇ ਵੀ ਉਹ ਮੰਦਿਰ 'ਚ ਗਏ ਕਿ ਮੰਦਿਰ ਦੇ ਬਾਹਰ ਤੁਸੀਂ ਪ੍ਰੋਟੈਸਟ ਕਰ ਰਹੇ ਹੋ। ਹਾਲਾਂ ਉੱਥੇ ਲੋਕਲ ਜਿਹੜੇ ਹਿੰਦੂ ਸੀ, ਬੀਜੇਪੀ, ਉਹਨਾਂ ਨੇ ਯਤਨ ਕੀਤਾ, ਉਹਨਾਂ ਨੇ ਕਿਹਾ ਜੀ ਤੁਸੀਂ
ਉਹ ਰਿਲੀਜ ਉਹ ਕਹਿੰਦਾ ਵੀ ਨਹੀਂ, ਜੇ ਹੁਣ ਇਹਨੇ ਹਿੰਮਤ ਕੀਤੀ ਹੈ ਜਾਂ ਇਹ ਦੁਸਾਹਸ ਕੀਤਾ ਕਿ ਵੀ ਇਹ ਸਾਡੇ ਗੁਰਦੁਆਰੇ 'ਚ ਗਿਆ, ਹੁਣ ਇਹਨੂੰ ਅਸੀਂ ਮੰਦਿਰ ਦੇ ਵਿੱਚ ਵੀ ਇਹਨੂੰ ਚੇਜ਼ ਕਰਨਾ, ਔਰ 700-800 ਬੰਦਾ ਮੰਦਿਰ ਦੇ ਬਾਹਰ ਪ੍ਰੋਟੈਸਟ ਦੇ ਲਈ ਪਹੁੰਚ ਗਿਆ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸਪਿਰਿਟ ਹੈ ਕਿ ਜਿਹਨੇ ਨਹੀਂ ਗਿਵ ਅਪ ਕੀਤਾ, ਔਰ ਤੁਸੀਂ ਦੇਖੋਗੇ ਕਿਉਂਕਿ ਸਾਨੂੰ ਤਾਂ ਆਪਣੀਆਂ ਅਪਲੋਡਡ ਵੀਡੀਓਜ਼ ਤੇ ਕਮੈਂਟ ਜਾਂ ਫੇਸਬੁੱਕ ਕਮੈਂਟਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਜਿਹੜੀ ਚੀਜ਼ ਇਹਨਾਂ ਨੂੰ ਕਿੰਨੀ ਤਕਲੀਫ ਦਿੰਦੀ ਹੈ ਜੀ, ਉਹ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਇਹ ਐਕਸਪੈਕਟ ਨਹੀਂ ਸੀ ਕਰਦੇ, ਇਹਨਾਂ ਨੂੰ ਇਹ ਲੱਗਦਾ ਸੀ। ਔਰ ਜਿਸ ਤਰੀਕੇ ਨਾਲ ਮੋਦੀ ਨੂੰ ਕੋਰਟ ਦੇ ਵਿੱਚ ਘੜੀਸਿਆ, ਕੈਨੇਡਾ ਦੇ ਅਦਾਲਤ ਕਹਿ ਰਹੀ ਹੈ ਇਹਦੇ ਤੇ ਕੇਸ ਬਣਦਾ, ਕੈਨੇਡੀਅਨ ਜਿਹੜੀ ਹੈ ਉਹਨਾਂ ਦਾ ਐਡਵੋਕੇਟ ਜਨਰਲ ਜਾਂ ਸੋਲਿਸਿਟਰ ਜਨਰਲ ਜੋ ਵੀ ਉੱਥੇ ਅਟਾਰਨੀ ਜਨਰਲ ਸ਼ਾਇਦ ਜੀ, ਉਹ ਜਿਹੜਾ ਉਹਦੇ ਰੈਸਕਿਊ ਤੇ ਆਂਦਾ ਕਿ ਨਹੀਂ ਜੀ ਇਹਨੂੰ ਇਮਿਊਨਿਟੀ ਹੈ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜ਼ਰੂਰ ਇਹ ਕਾਲੀਆਂ ਭੇਡਾਂ ਨੇ ਔਰ ਇਸ ਕਿਸਮ ਦੀ ਜਿਹੜੀ ਹੈ ਇਹ ਰੈਂਟਾ ਲੋਕ ਰਹਿਣੇ ਨੇ, ਅੱਗੋਂ ਵੀ ਰਹਿਣੇ ਨੇ, ਪਰ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰੀਏ ਜਿਨ੍ਹਾਂ ਨੇ ਰੈਜ਼ਿਲੀਐਂਟ ਸਪਿਰਿਟ ਦਿਖਾਈ ਹੈ। ਔਰ ਖਾਸ ਤੌਰ ਤੇ ਮਨਿੰਦਰ ਸਿੰਘ ਨਿੰਦੀ ਵਰਗਾ ਨੌਜਵਾਨ, ਜਦੋਂ ਤੁਸੀਂ ਆਰਗੂਮੈਂਟ ਦੇਖਦੇ ਹੋ ਕਿਵੇਂ ਆਪਣੇ ਗੁਰਦੁਆਰਾ ਸਾਹਿਬ ਦੇ ਬਾਹਰ ਖਲੋ ਕੇ ਉਹਨੇ ਆਪਣਾ ਕੇਸ ਬਿਲਡ ਕੀਤਾ, ਸੋ ਮੇਰਾ ਖਿਆਲ ਹੈ ਕਿ ਵੀ ਇਹ ਜਿਹੜੀਆਂ ਵੌਇਸਿਸ ਆਫ ਡਿਫਾਈਂਸ ਨੇ ਇਹ ਸਾਡੀ ਸਟਰੈਂਥ ਨੇ। ਔਰ ਇਹ ਕਾਲੀਆਂ ਭੇਡਾਂ ਇਹ ਰੁੱਲ ਰਲ ਜਾਂਦੇ ਨੇ, ਇਹਨਾਂ ਨੂੰ ਕੌਣ ਜਾਣਦਾ ਹੈ ਮੁੜ ਕੇ। ਇਹ ਤਾਂ ਠੀਕ ਹੈ ਅੱਜ ਇਹ ਜੁੜੇ ਹੋਏ ਨੇ ਛੋਟੀ ਛੋਟੀਆਂ ਗਰਜ਼ਾਂ ਦੇ ਨਾਲ, ਜਿਵੇਂ ਇੱਕ ਵੀਰ ਨੇ ਲਿਖਿਆ ਸੀ ਆਪਣੇ ਕਮੈਂਟ ਦੇ ਵਿੱਚ ਕਿ ਵੀ ਇਹ ਤਾਂ ਰਿਣ ਉਤਾਰ ਨੇ, ਇਹਨਾਂ ਨੂੰ ਗਿਆ VIP ਸਟੇਟਸ ਮਿਲਦਾ ਹੈ ਤੇ ਇੰਨਾ ਕਰ ਰਹੇ ਨੇ। ਸੋ ਇਹਨਾਂ ਦਾ ਵੀਰ ਉਪਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨੇ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।